हेलो स्टूडेंट्स, वेलकम टू केमिस्ट्री रियल। आज का अपना टॉपिक है बेटा वेरिएशन इन आयनाइजेशन एंथैल्पी इन पीरियोडिक टेबल। सो सब तो पहला व्हाट इज आयनाइजेशन एंथैल्पी। बेटा ਜਦੋਂ ਕਿਸੇ ਨਿਊਟਰਲ ਗੈਸੀਅਸ ਐਟਮ ਦੀ ਗਰਾਊਂਡ ਸਟੇਟ ਦੇ ਵਿੱਚੋਂ ਇੱਕ ਇਲੈਕਟ੍ਰੋਨ ਰਿਮੂਵ ਕੀਤਾ ਜਾਂਦਾ ਹੈ ਤੇ ਜਿੰਨੀ એનર્ਜੀ ਉਸ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਲੋੜੀਂਦੀ ਹੈ ਉਸਨੂੰ ਆਪਾਂ ਕਹਿੰਦੇ ਹਾਂ ਆਇਨਾਈਜੇਸ਼ਨ ਐਂਥੈਲਪੀ। ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਬੇਟਾ ਨਿਊਟਰਲ ਐਟਮ ਹੈ ਤੇ ਜਦੋਂ ਇਹਦੇ ਤੇ ਕੋਈ ਰੇਡੀਏਸ਼ਨ ਆ ਕੇ ਫਾਲ ਕਰਦੀ ਹੈ ਤਾਂ ਇਹਦਾ ਵੈਲੈਂਸ ਸ਼ੈਲ ਦੇ ਵਿੱਚੋਂ ਇਲੈਕਟ੍ਰੋਨ ਜਿਹੜਾ ਹੈ ਉਹ ਬਾਹਰ ਇਜੈਕਟ ਆਊਟ ਹੋ ਜਾਂਦਾ ਹੈ। ਤਾਂ ਜਿਹੜੀ ਰੇਡੀਏਸ਼ਨ ਦੀ ਜਿੰਨੀ એનર્ਜੀ ਇਸਤੇਮਾਲ ਹੋਈ ਉਹਨੂੰ ਆਪਾਂ ਕਹਿੰਦੇ ਹਾਂ ਆਇਨਾਈਜੇਸ਼ਨ ਐਂਥੈਲਪੀ ਜਾਂ ਆਇਨਾਈਜੇਸ਼ਨ ਪੋਟੈਂਸ਼ੀਅਲ। ਇਟ ਮੀਨਸ ਕਿ ਜਦੋਂ ਕਿਸੇ ਨਿਊਟਰਲ ਗੈਸੀਅਸ ਐਟਮ ਦੇ ਵਿੱਚੋਂ ਕੋਈ ਇਲੈਕਟ੍ਰੋਨ ਬਾਹਰ ਨਿਕਲਦਾ ਹੈ ਤਾਂ energy is required to remove this electron and a positive ion is formed. इस energy required ਨੂੰ ਆਪਾਂ ਕਹਿੰਦੇ हैं ionization enthalpy और ionization enthalpy ਦੇ units ਹੋਣਗੇ kilojoule per mole। ਹੁਣ ਬੇਟਾ ਇੱਥੇ ਇੱਕ concept ਆਂਦਾ ਹੈ successive ionization enthalpy। ਇਹਦਾ ਮਤਲਬ ਕੀ ਹੁੰਦਾ ਹੈ ਜਦੋਂ ਕਿਸੇ ਆਪਾਂ ਨਿਊਟਰਲ ਐਟਮ ਦੇ ਵਿੱਚੋਂ ਯਾਨੀ ਐਟਮ ਆਪਣੀ ਗਰਾਊਂਡ ਸਟੇਟ ਦੇ ਵਿੱਚ ਹੈ x ਐਟਮ ਹੈ ਗੈਸੀਅਸ ਸਟੇਟ 'ਚ ਹੈ ਜਦੋਂ ਆਪਾਂ ਪਹਿਲਾ ਇਲੈਕਟ੍ਰੋਨ ਕੱਢਿਆ ਇਸ ਐਟਮ ਦੇ ਵਿੱਚ ਜਿਹੜਾ ਸਭ ਤੋਂ ਲੂਜ਼ਲੀ ਹੈਲਡ ਬਾਹਰ ਵਾਲਾ ਇਲੈਕਟ੍ਰੋਨ ਹੈ ਵੈਲੈਂਸ ਇਲੈਕਟ੍ਰੋਨ ਹੈ ਉਹਨੂੰ ਜਦੋਂ ਆਪਾਂ ਬਾਹਰ ਰਿਮੂਵ ਕੀਤਾ ਆਇਨਾਈਜੇਸ਼ਨ ਐਂਥੈਲਪੀ ਸਪਲਾਈ ਕਰਕੇ ਤਾਂ ਯੂਨੀ ਪੋਜ਼ਿਟਿਵ ਆਇਨ ਬਣ ਗਿਆ। ਤਾਂ ਇਸ ਆਇਨਾਈਜੇਸ਼ਨ ਐਂਥੈਲਪੀ ਨੂੰ ਆਪਾਂ ਕਵਾਂਗੇ ਆਇਨਾਈਜੇਸ਼ਨ ਐਂਥੈਲਪੀ 1। ਔਰ ਜਦੋਂ ਆਪਾਂ ਇਸ ਕਟਾਇਨ ਦੇ ਵਿੱਚੋਂ ਨੈਕਸਟ ਇਲੈਕਟ੍ਰੋਨ ਯਾਨੀ ਇੱਕ ਹੋਰ ਇਲੈਕਟ੍ਰੋਨ ਕੱਢ ਦਵਾਂਗੇ ਤਾਂ ਡਾਈਪੋਜ਼ਿਟਿਵ ਆਇਨ ਬਣ ਜਾਏਗਾ ਔਰ ਇਸ ਆਇਨਾਈਜੇਸ਼ਨ ਐਂਥੈਲਪੀ ਨੂੰ ਆਪਾਂ ਕਵਾਂਗੇ IE2। ਕਹਿਣ ਦਾ ਮਤਲਬ ਹੈ ਕਿ ਜਦੋਂ ਕਿਸੇ ਐਟਮ ਦੇ ਵਿੱਚੋਂ ਪਹਿਲਾ ਇਲੈਕਟ੍ਰੋਨ ਕੱਢਿਆ ਤਾਂ ਆਇਨਾਈਜੇਸ਼ਨ ਐਂਥੈਲਪੀ 1 और सक्सेसिव इस तो अगली आयनाइजेशन एंथैल्पी केड़ी होएगी ਜਦੋਂ ਇਸ ਕਟਾਇਨ ਦੇ ਵਿੱਚੋਂ ਦੀ ਆਪਾਂ ਇੱਕ ਇਲੈਕਟ੍ਰੋਨ ਹੋਰ ਰਿਮੂਵ ਕਰ ਦਿੰਨੇ ਤਾਂ ਆਪਾਂ ਇਹ ਆਬਜ਼ਰਵ ਕਰਦੇ ਹਾਂ ਕਿ ਜਿਹੜੀ ਆਇਨਾਈਜੇਸ਼ਨ ਐਂਥੈਲਪੀ 2 ਦੀ ਵੈਲਿਊ ਹੈ ਅਕਸਰ ਉਹ ਆਇਨਾਈਜੇਸ਼ਨ ਐਂਥੈਲਪੀ 1 ਦੇ ਨਾਲੋਂ ਕਾਫੀ ਜ਼ਿਆਦਾ ਹੁੰਦੀ ਹੈ। ਰੀਜ਼ਨ ਕੀ ਹੈ ਬੇਟੇ ਜਿਹੜਾ ਪਹਿਲਾ ਇਲੈਕਟ੍ਰੋਨ ਕੱਢਿਆ ਉਹ ਆਪਾਂ ਨਿਊਟਰਲ ਗੈਸੀਅਸ ਐਟਮ ਦੇ ਵਿੱਚੋਂ ਕੱਢਿਆ ਤਾਂ ਇਸ ਇਲੈਕਟ੍ਰੋਨ ਨੂੰ ਕੱਢਣ ਦੇ ਲਈ ਆਪਾਂ ਨੂੰ ਸਿਰਫ ਓਨੀ એનર્ਜੀ ਸਪਲਾਈ ਕਰਨੀ ਪਈ ਜਿੰਨੀ ਇਸ ਇਲੈਕਟ੍ਰੋਨ ਨੂੰ ਇਸ ਨਿਊਟਰਲ ਐਟਮ ਦੇ ਵਿੱਚ ਨਿਊਕਲੀਅਸ ਨੇ ਜਿੰਨਾ ਬੰਨ ਕੇ ਰੱਖਿਆ ਹੋਇਆ ਸੀ। ਪਰ ਜਦੋਂ ਆਪਾਂ ਸੈਕਿੰਡ ਆਇਨਾਈਜੇਸ਼ਨ ਕਰਦੇ ਹਾਂ ਮਤਲਬ ਕਟਾਇਨ ਦੇ ਵਿੱਚੋਂ ਦੀ ਇੱਕ ਇਲੈਕਟ੍ਰੋਨ ਕੱਢਦੇ ਹਾਂ ਆਪਾਂ ਤਾਂ ਇੱਥੇ ਡਿਫਿਕਲਟ ਹੋ ਜਾਂਦਾ ਹੈ। ਕਿਉਂ ਡਿਫਿਕਲਟ ਹੋ ਜਾਂਦਾ ਹੈ? ਆਪਾਂ ਨੂੰ ਜ਼ਿਆਦਾ ਆਇਨਾਈਜੇਸ਼ਨ એનર્ਜੀ ਕਿਉਂ ਸਪਲਾਈ ਕਰਨੀ ਪੈਂਦੀ ਹੈ? ਕਿਉਂ? ਕਿਉਂਕਿ ਇੱਥੇ ਤਾਂ ਨਿਊਟਰਲ ਦੇ ਵਿੱਚੋਂ ਦੀ ਇੱਕ ਇਲੈਕਟ੍ਰੋਨ ਕੱਢਣਾ ਸੀ ਤੇ ਇੱਥੇ ਕਟਾਇਨ ਦੇ ਵਿੱਚੋਂ ਯਾਨੀ ਇੱਕ ਪੋਜ਼ਿਟਿਵ ਸਫੀਅਰ ਦੇ ਵਿੱਚੋਂ ਦੀ ਇੱਕ ਇਲੈਕਟ੍ਰੋਨ ਆਪਾਂ ਐਡੀਸ਼ਨਲ ਕੱਢ ਰਹੇ ਹਾਂ। ਸੋ ਮੋਰ એનર્ਜੀ ਇਜ਼ ਰਿਕੁਆਇਰਡ ਇਨ ਦਿਸ ਕੇਸ। successive ionization enthalpies are always higher. Next is ਕਿ ਕਿਹੜੇ-ਕਿਹੜੇ ਫੈਕਟਰਸ ਹੈ ਜਿਹੜੇ ਆਇਨਾਈਜੇਸ਼ਨ ਐਂਥੈਲਪੀ ਦੀ ਅਮਾਉਂਟ ਨੂੰ ਅਫੈਕਟ ਕਰਦੇ ਹੈ ਮਤਲਬ ਕਦੋਂ ਆਇਨਾਈਜੇਸ਼ਨ ਐਂਥੈਲਪੀ ਘਟੇਗੀ ਤੇ ਕਦੋਂ ਇਹਦੀ ਅਮਾਉਂਟ ਜਿਹੜੀ ਹੈ ਬਹੁਤ ਜ਼ਿਆਦਾ ਹੋਏਗੀ। ਪਹਿਲਾ ਫੈਕਟਰ ਹੈ ਸਾਈਜ਼ ਆਫ ਐਟਮ। ਬੇਟਾ ਜਿੰਨਾ ਛੋਟਾ ਐਟਮ ਹੋਏਗਾ ਨਿਊਕਲੀਅਸ ਦਾ ਬਾਹਰ ਤੱਕ ਪ੍ਰਭਾਵ ਉਨਾ ਹੀ ਜ਼ਿਆਦਾ ਹੋਏਗਾ। that means ਕਿ ਨਿਊਕਲੀਅਸ ਜਿਹੜਾ ਹੈ ਉਹ ਇਲੈਕਟ੍ਰੋਨਸ ਨੂੰ ਛੋਟੇ ਐਟਮ ਦੇ ਵਿੱਚ ਟਾਈਟਲੀ ਹੈਲਡ ਅਪ ਕਰਕੇ ਰੱਖਦਾ। ਸੋ ਜਿਹੜਾ ਵੈਲੈਂਸ ਇਲੈਕਟ੍ਰੋਨ ਹੈ that faces more nuclear force ਟਾਈਟਲੀ ਹੈਲਡ ਅਪ ਹੋਣ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਆਇਨਾਈਜੇਸ਼ਨ ਐਂਥੈਲਪੀ ਸਪਲਾਈ ਕਰਨੀ ਪਏਗੀ ਤਾਂ ਇਲੈਕਟ੍ਰੋਨ ਬਾਹਰ ਨਿਕਲੇਗਾ। ਪਰ ਜਦੋਂ ਐਟਮ ਬਿਗ ਹੈ ਤਾਂ ਨਿਊਕਲੀਅਸ ਦੇ ਮੁਕਾਬਲੇ ਇਲੈਕਟ੍ਰੋਨ ਜਿਹੜਾ ਹੈ ਉਹ ਬਹੁਤ ਦੂਰ ਬੈਠਾ ਹੈ ਨਿਊਕਲੀਅਸ ਤੋਂ। ਐਜ਼ ਅ ਰਿਜ਼ਲਟ ਨਿਊਕਲੀਅਸ ਉਹਨੂੰ ਆਪਣੀ ਪੋਜ਼ਿਟਿਵ ਅਟਰੈਕਸ਼ਨ ਦੇ ਨਾਲ ਟਾਈਟਲੀ ਹੈਲਡ ਅਪ ਨਹੀਂ ਕਰ ਪਾਏਗਾ।
ਤਾਂ ਆਪਾਂ ਨੂੰ ਵੀ ਘੱਟ એનર્ਜੀ ਸਪਲਾਈ ਕਰਨੀ ਪਏਗੀ ਇਲੈਕਟ੍ਰੋਨ ਨੂੰ ਬਾਹਰ ਕੱਢਣ ਦੇ ਲਈ। that means ਆਇਨਾਈਜੇਸ਼ਨ એનર્ਜੀ ਲੋ ਹੋਏਗੀ। ਸੋ ਇਹ ਕਿਹਾ ਜਾ ਸਕਦਾ ਹੈ ਕਿ ਜਿੰਨਾ ਸਾਈਜ਼ ਜ਼ਿਆਦਾ ਹੋਏਗਾ ਆਇਨਾਈਜੇਸ਼ਨ ਐਂਥੈਲਪੀ ਉਨੀ ਹੀ ਘੱਟ ਹੋਏਗੀ, ਤੇ ਜਿੰਨਾ ਸਾਈਜ਼ ਛੋਟਾ ਹੋਏਗਾ ਆਇਨਾਈਜੇਸ਼ਨ ਐਂਥੈਲਪੀ ਉਨੀ ਜ਼ਿਆਦਾ ਹੋਏਗੀ। दूसरा फैक्टर है न्यूक्लियर चार्ज, मतलब न्यूक्लियस दी किन्नी क बाहर तक, बाहर वाले इलेक्ट्रॉन तक किन्नी क ग्रिप है। जिन्ना ज्यादा न्यूक्लियस दे उत्ते चार्ज होएगा, मतलब जिन्ने ज्यादा प्रोटॉन्स होंगे उन्ने ही ज्यादा स्ट्रांगली न्यूक्लियस जिहड़ा है वो वैलेंस इलेक्ट्रॉन्स नु ग्रिप करके रखेगा, पकड़ के रखेगा, ते उन्ना ही ज्यादा डिफिकल्ट हो जाएगा इलेक्ट्रॉन्स नु रिमूव करना। That means सानू बहुत ज्यादा एनर्जी देनी पड़ेगी, सप्लाई करनी पड़ेगी। That means ionization enthalpy will be higher. So याद रखो कि जिन्ने ज्यादा प्रोटॉन होंगे उन्ना ज्यादा न्यूक्लियर चार्ज, जिन्ना ज्यादा न्यूक्लियर चार्ज न्यूक्लियस दी वैलेंस इलेक्ट्रॉन्स, बाहर वाले इलेक्ट्रॉन्स तक उन्नी स्ट्रॉन्ग ग्रिप होएगी, ते उस ग्रिप दे विचों इलेक्ट्रॉन नु रिमूव करन लई सानू ज्यादा एनर्जी देनी पड़ेगी, आयनाइजेशन एंथैल्पी जिहड़ी है वध जाएगी। थर्ड फैक्टर है स्क्रीनिंग इफेक्ट ऑफ इनर इलेक्ट्रॉन्स, इनू आपां शील्डिंग इफेक्ट भी कह दिंने। शील्डिंग इफेक्ट का की मतलब हुंदा है प्रोटेक्शन। देखो न्यूक्लियस तो बाहर वाले इलेक्ट्रॉन्स यानी वैलेंस इलेक्ट्रॉन्स नु इनर इलेक्ट्रॉन्स जिहड़े है वो प्रोटेक्ट करदे हैं। इनर इलेक्ट्रॉन्स नु आपां कोर इलेक्ट्रॉन्स भी कह दिंने हैं, ते जिहड़े बाहर वाले शैल च है उन्होंने आपां कहने हैं वैलेंस इलेक्ट्रॉन्स। वैलेंस इलेक्ट्रॉन्स तक न्यूक्लियस दी ग्रिप नु जे कोई कर्टन करदा है तो दैट इज कोर इलेक्ट्रॉन्स। प्रोटेक्शन दे कंसेप्ट नु आपां अंब्रेला नाल भी कंपेयर कर सकते हैं। जिस तरह अंब्रेला आपां नु धुप, मींह, बारिश इन्हां सब तो बचांदा है, शील्ड करदा है, उसी तरह इलेक्ट्रॉन्स यानी कोर इलेक्ट्रॉन्स बाहर वाले इलेक्ट्रॉन्स नु न्यूक्लियस दे प्रभाव तो बचांदे हैं, इनदी ग्रिप तो बचांदे हैं, शील्ड करदे हैं। दैट मीन्स कि जे अपने कोले आह न्यूक्लियस है सपोज इत्थे ते 4p शैल दे विच, इत्थे 4p दे विच इलेक्ट्रॉन है अपना वैलेंस इलेक्ट्रॉन, तो जिहड़े अंदरले जिन्ने भी इन बिटवीन ऑर्बिटल्स हैगे हैं इन्हां च इलेक्ट्रॉन भरे हुए हैं, ये न्यूक्लियस दे पॉजिटिव इफेक्ट नु 4p तक पहुंचन तो रोकणगे, शील्ड करनगे। शील्डिंग जिन्नी ज्यादा होएगी, जिन्नी ज्यादा स्ट्रॉन्ग शील्डिंग होएगी, न्यूक्लियस का इफेक्ट बाहर तक उन्ना घट पहुंचेगा। एज अ रिजल्ट ये इलेक्ट्रॉन लूजली हेल्ड अप होएगा, ते इनू आपां थोड़ी जी एनर्जी देके इजीली रिमूव कर सकांगे। दैट मीन्स इन दी आयनाइजेशन एंथैल्पी उन्नी घट जाएगी। जिन्नी स्ट्रॉन्ग प्रोटेक्शन होएगी, जिन्नी स्ट्रॉन्ग शील्डिंग होएगी, आयनाइजेशन एंथैल्पी उन्नी घट जाएगी। इनू आपां किवें अंडरस्टैंड करना है, किवें लिखना है एग्जाम दे विच? आपां इनू लिखना है इफेक्टिव न्यूक्लियर चार्ज दी शक्ल च। इफेक्टिव न्यूक्लियर चार्ज की हुंदा है? टोटल न्यूक्लियर चार्ज माइनस शील्डिंग इफेक्ट, मतलब कोर इलेक्ट्रॉन्स कितना प्रोटेक्ट कर रहे हैं। इनू आपां स्क्रीनिंग कांस्टेंट भी कह सकते हैं। सो इफेक्टिव न्यूक्लियर चार्ज नू आपां कहने हैं Z इफेक्टिव, दैट इज इक्वल टू न्यूक्लियर चार्ज Z माइनस स्क्रीनिंग कांस्टेंट। जिन्ना स्क्रीनिंग कांस्टेंट ज्यादा हो जाएगा Z इफेक्टिव उन्ना ही घट होएगा। तो इफेक्टिव न्यूक्लियर चार्ज घटन दे नाल सानू घट एनर्जी सप्लाई करनी पेगी इलेक्ट्रॉन नू बाहर रिमूव करन दे लई। सो आयनाइजेशन एंथैल्पी विल बी लो। नेक्स्ट फैक्टर है पेनिट्रेशन पावर ऑफ इलेक्ट्रॉन्स। आयनाइजेशन एनर्जी इस चीज ते भी डिपेंड करती है कि जेड़ा वैलेंस इलेक्ट्रॉन है वो केड़े ऑर्बिटल दे विच मौजूद है। जे इलेक्ट्रॉन एस ऑर्बिटल दे विच मौजूद है तो एस ऑर्बिटल दी शेप कुछ ऐसी हुंदी है कि वो न्यूक्लियस दे वल नू ज्यादा पेनिट्रेट हो जाता है। जिन्ना ज्यादा कोई ऑर्बिटल न्यूक्लियस की तरफ पेनिट्रेट होएगा वो उन्ना ही ज्यादा न्यूक्लियस द्वारा टाइटली हेल्ड अप होएगा, ते उन्नी ही ज्यादा आयनाइजेशन एनर्जी ज्यादा होएगी।
ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ S ਦੀ ਪੈਨੀਟ੍ਰੇਸ਼ਨ ਪਾਵਰ P ਨਾਲੋਂ ਜ਼ਿਆਦਾ ਹੈ, P ਦੀ ਪੈਨੀਟ੍ਰੇਸ਼ਨ ਪਾਵਰ D ਨਾਲੋਂ ਜ਼ਿਆਦਾ ਹੈ ਤੇ D ਦੀ ਪੈਨੀਟ੍ਰੇਸ਼ਨ ਪਾਵਰ F ਨਾਲੋਂ ਜ਼ਿਆਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੇ ਇਲੈਕਟ੍ਰੋਨ S ਆਰਬਿਟਲ ਚੋਂ ਕੱਢਣਾ ਹੈ ਤਾਂ ਸਾਨੂੰ ਵੱਧ એનર્ਜੀ ਦੀ ਲੋੜ ਪਏਗੀ, ਆਇਨਾਈਜੇਸ਼ਨ એનર્ਜੀ ਜ਼ਿਆਦਾ ਹੋਏਗੀ। ਪਰ ਜੇ P ਜਾਂ D ਦੇ ਵਿੱਚੋਂ ਕੱਢਣਾ ਹੈ ਤਾਂ S ਦੇ ਮੁਕਾਬਲੇ ਸਾਨੂੰ ਘੱਟ એનર્ਜੀ ਦੇਣੀ ਪਏਗੀ, ਆਇਨਾਈਜੇਸ਼ਨ એનર્ਜੀ ਘੱਟ ਹੋਏਗੀ। ਤੇ F ਦੇ ਵਿੱਚ ਇਹ ਆਇਨਾਈਜੇਸ਼ਨ એનર્ਜੀ ਦੀਆਂ ਵੈਲਿਊ ਸਭ ਤੋਂ ਘੱਟ ਹੋਣ ਦਾ ਕਾਰਨ ਹੈ ਕਿ F ਦੀ ਪੈਨੀਟ੍ਰੇਸ਼ਨ ਨਿਊਕਲੀਅਸ ਵੱਲ ਨੂੰ ਕਾਫੀ ਘੱਟ ਹੁੰਦੀ ਹੈ। ਇਸ ਲਈ ਸਾਨੂੰ ਹਮੇਸ਼ਾ ਹੀ ਆਇਨਾਈਜੇਸ਼ਨ એનર્ਜੀ S ਦੇ ਕੇਸ ਦੇ ਵਿੱਚ ਜ਼ਿਆਦਾ ਅਬਜ਼ਰਵ ਕੀਤੀ ਜਾਂਦੀ ਹੈ। ਮਤਲਬ S ਚੋਂ ਇਲੈਕਟ੍ਰੋਨ ਜੇ ਕੱਢਣਾ ਹੈ ਤਾਂ more energy is required। ਲਾਸਟ ਫੈਕਟਰ ਹੈ ਇਲੈਕਟ੍ਰੋਨਿਕ ਅਰੇਂਜਮੈਂਟ। ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਹਾਫ ਫਿਲਡ ਤੇ ਫੁੱਲੀ ਫਿਲਡ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਹੁੰਦੀਆਂ ਉਹ ਜ਼ਿਆਦਾ ਸਟੇਬਲ ਹੁੰਦੀਆਂ। ਹੁਣ ਮੰਨ ਲਓ ਕਿਸੇ ਕੋਲੇ ਹਾਫ ਫਿਲਡ ਜਾਂ ਫੁੱਲੀ ਫਿਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ, ਉਹਦੇ ਵਿੱਚੋਂ ਦੀ ਇਲੈਕਟ੍ਰੋਨ ਨੂੰ ਰਿਮੂਵ ਕਰਨਾ ਬਹੁਤ ਡਿਫਿਕਲਟ ਹੋ ਜਾਏਗਾ। ਸੋ ਉਹਨਾਂ ਕੇਸਿਸ ਦੇ ਵਿੱਚ ਆਇਨਾਈਜੇਸ਼ਨ ਐਂਥੈਲਪੀ ਵੁੱਡ ਬੀ ਹਾਈ। ਸੋ ਜੇ ਆਪਾਂ ਗੱਲ ਕਰਦੇ ਹਾਂ ਨੋਬਲ ਗੈਸਿਸ ਦੀ, ਜਿੱਥੇ ਆਪਣੇ ਕੋਲੇ ਫੁੱਲੀ ਫਿਲਡ ਕਨਫੀਗਰੇਸ਼ਨ ਹੁੰਦੀ ਹੈ NS2 NP6, ਜਾਂ ਆਪਾਂ ਗੱਲ ਕਰੀਏ ਬੈਰੀਲੀਅਮ ਮੈਗਨੀਸ਼ੀਅਮ ਦੀ ਤਾਂ ਇੱਥੇ ਕਨਫੀਗਰੇਸ਼ਨ NS2 ਹੈ, ਆਰਬਿਟਲ ਫੁੱਲੀ ਫਿਲਡ ਹੈ। ਸੋ ਇਨ੍ਹਾਂ ਕੇਸਿਸ ਦੇ ਵਿੱਚ ਆਇਨਾਈਜੇਸ਼ਨ ਐਂਥੈਲਪੀ ਵੁੱਡ ਬੀ ਵੈਰੀ ਵੈਰੀ ਹਾਈ। ਜਾਂ ਆਪਾਂ ਹਾਫ ਫਿਲਡ ਕਨਫੀਗਰੇਸ਼ਨ ਦੀ ਗੱਲ ਕਰ ਸਕਦੇ ਹਾਂ, ਜਿਵੇਂ ਨਾਈਟ੍ਰੋਜਨ ਫੈਮਿਲੀ ਦੀ, ਨਾਈਟ੍ਰੋਜਨ ਹੈ, ਫਾਸਫੋਰਸ ਹੈ, ਆਰਸੈਨਿਕ ਹੈ। ਇਹਨਾਂ ਦੇ ਵਿੱਚ ਜੇ ਆਪਾਂ ਦੇਖੀਏ 2p3 3p3 ਇਹ ਹਾਫ ਫਿਲਡ ਕਨਫੀਗਰੇਸ਼ਨਸ ਹੈ। ਸੋ ਇਹਨਾਂ ਦੇ ਵਿੱਚੋਂ ਦੀ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਕਾਫੀ ਹਾਈ ਅਮਾਉਂਟ ਚ એનર્ਜੀ ਸਪਲਾਈ ਕਰਨੀ ਪੈਂਦੀ ਹੈ। that means ionization energy will be much higher। now you can see ਕਿ ਆਪਾਂ ਇੱਥੇ ਸੈਕਿੰਡ ਪੀਰੀਅਡ ਦੀ ਐਗਜ਼ਾਮਪਲ ਲਈ ਹੈ, ਲਿਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਤੇ ਨਿਓਨ। ਕਨਫੀਗਰੇਸ਼ਨ ਐਜ਼ ਯੂ ਕੈਨ ਸੀ ਸੈਕਿੰਡ ਪੀਰੀਅਡ ਪੂਰਾ ਭਰ ਰਿਹਾ ਹੈ। 2s1 ਤੋਂ ਸ਼ੁਰੂ ਹੋ ਕੇ ਫਿਲ ਕਰਦੇ ਕਰਦੇ 2p6 ਤੱਕ ਆ ਗਏ ਆਪਾਂ। ਸੋ ਇਹਨਾਂ ਦੇ ਸਾਹਮਣੇ ਇਹਨਾਂ ਦੀਆਂ ਆਇਨਾਈਜੇਸ਼ਨ ਐਂਥੈਲਪੀ ਵੈਲਿਊਜ਼ ਲਿਖੀਆਂ ਹੋਈਆਂ। ਤਾਂ ਆਪਾਂ ਦੇਖ ਰਹੇ ਹਾਂ ਕਿ ਆਇਨਾਈਜੇਸ਼ਨ ਐਂਥੈਲਪੀਜ਼ ਲਗਾਤਾਰ ਵੱਧ ਰਹੀਆਂ, ਪਰ ਕੀ ਇਹਦੇ ਵਿੱਚ ਤੁਹਾਨੂੰ ਕੁਝ ਐਨੋਮਲੀ ਨਜ਼ਰ ਨਹੀਂ ਆ ਰਹੀ, ਕੁਝ ਕਿਤੇ ਚੇਂਜ ਵੀ ਨਜ਼ਰ ਆ ਰਹੀ ਹੈ? ਬਟ ਫਸਟ ਆਫ ਆਲ, why this ionization enthalpy in general is increasing? ਨੋਬਲ ਗੈਸ ਦੇ ਵਿੱਚ ਦੇਖੋ ਕੰਸੀਡਰੇਬਲੀ ਕਿੰਨੀ ਹਾਈ ਹੋਗੀ। ਕਾਰਨ ਕੀ ਹੈ? ਕਾਰਨ ਹੈ ਕਿ ਜਿਸ ਤਰ੍ਹਾਂ ਸਾਈਜ਼ ਛੋਟਾ ਹੁੰਦਾ ਜਾਂਦਾ ਹੈ, ਲਿਥੀਅਮ ਦੇ ਮੁਕਾਬਲੇ ਜੇ ਆਪਾਂ ਦੇਖਦੇ ਹਾਂ ਤਾਂ ਸਾਈਜ਼, ਐਟੋਮਿਕ ਸਾਈਜ਼ ਜਿਹੜਾ ਹੈ ਉਹ ਫਰੋਮ ਲੈਫਟ ਟੂ ਰਾਈਟ ਛੋਟਾ ਹੁੰਦਾ ਜਾਂਦਾ ਹੈ, ਘਟਦਾ ਜਾਂਦਾ ਹੈ। ਤਾਂ ਨਿਊਕਲੀਅਸ ਦੀ ਗ੍ਰਿਪ ਵੈਲੈਂਸ ਇਲੈਕਟ੍ਰॉन्स ਤੱਕ ਜ਼ਿਆਦਾ ਹੋ ਜਾਏਗੀ, ਆਪਾਂ ਨੂੰ ਜ਼ਿਆਦਾ એનર્ਜੀ ਸਪਲਾਈ ਕਰਨੀ ਪਏਗੀ। ਆਇਨਾਈਜੇਸ਼ਨ ਐਂਥੈਲਪੀ ਵੁੱਡ ਇਨਕਰੀਜ਼ ਅਲੋਂਗ ਅ ਪੀਰੀਅਡ। ਹੁਣ ਜੇ ਆਪਾਂ ਇਹਨੂੰ ਵੈਲਿਊਜ਼ ਨੂੰ ਦੇਖਦੇ ਹਾਂ ਤਾਂ ਸਾਨੂੰ ਦੋ ਥਾਵਾਂ ਤੇ ਵੈਲਿਊਜ਼ ਦੇ ਵਿੱਚ ਚੇਂਜ ਨਜ਼ਰ ਆ ਰਹੀ ਹੈ। ਉਹ ਕਿਹੜੀਆਂ ਥਾਵਾਂ ਹੈ? ਇੱਕ ਤਾਂ ਹੈ ਬੈਰੀਲੀਅਮ ਤੇ ਬੋਰੋਨ ਦਾ, ਦੂਸਰਾ ਹੈ ਆਕਸੀਜਨ ਔਰ ਨਾਈਟ੍ਰੋਜਨ ਦਾ ਕੰਪੈਰੀਜ਼ਨ। ਨਾਓ ਆਪਾਂ ਨੂੰ ਲੱਗਦਾ ਹੈ, ਐਕਸਪੈਕਟ ਕੀਤਾ ਸੀ ਬੋਰੋਨ ਦੀ ਆਇਨਾਈਜੇਸ਼ਨ ਐਂਥੈਲਪੀ ਵੱਧ ਹੋਏਗੀ ਬੈਰੀਲੀਅਮ ਨਾਲੋਂ, ਪਰ ਬੈਰੀਲੀਅਮ ਦੀ ਆਇਨਾਈਜੇਸ਼ਨ ਐਂਥੈਲਪੀ ਇਜ਼ ਮੋਰ। ਵਾਈ? ਸੋਚ ਕੇ ਦੇਖੋ। ਯੈਸ, ਬੈਰੀਲੀਅਮ ਦੇ ਕੇਸ ਵਿੱਚ ਸਟੇਬਲ ਕਨਫੀਗਰੇਸ਼ਨ ਹੈ, ਪਰ ਬੋਰੋਨ ਦੇ ਕੇਸ ਵਿੱਚ ਐਜ਼ ਯੂ ਕੈਨ ਸੀ ਕਿ ਇਟ ਇਜ਼ ਨਾਟ that stable। ਹੁਣ ਜਦੋਂ ਕਨਫੀਗਰੇਸ਼ਨ ਐਕਸਟਰਾ ਸਟੇਬਲ ਹੁੰਦੀ ਹੈ ਤਾਂ ਆਇਨਾਈਜੇਸ਼ਨ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੁੰਦਾ ਹੈ। ਹੁਣ ਇੱਥੋਂ ਦੀ p ਇਲੈਕਟ੍ਰੋਨ ਜਿਹੜਾ ਹੈ ਉਹਨੂੰ ਰਿਮੂਵ ਕਰਨਾ ਆਸਾਨ ਹੈ, ਪਰ ਇੱਥੇ 2s2 s2 ਦੇ ਵਿੱਚੋਂ ਇੱਕ ਇਲੈਕਟ੍ਰੋਨ ਨੂੰ ਰਿਮੂਵ ਕਰਨਾ ਮੁਸ਼ਕਿਲ ਹੋਏਗਾ। that is why ਬੈਰੀਲੀਅਮ ਦੀ ਆਇਨਾਈਜੇਸ਼ਨ ਐਂਥੈਲਪੀ ਜ਼ਿਆਦਾ ਹੋਏਗੀ। ਇਸੇ ਤਰੀਕੇ ਨਾਲ ਆਕਸੀਜਨ ਦੀ ਜਿਹੜੀ ਆਇਨਾਈਜੇਸ਼ਨ ਐਂਥੈਲਪੀ ਹੈ ਉਹ ਅਸੀਂ ਐਕਸਪੈਕਟ ਕਰਦੇ ਸੀ ਜ਼ਿਆਦਾ ਹੋਏਗੀ, ਪਰ ਨਾਈਟ੍ਰੋਜਨ ਦੇ ਮੁਕਾਬਲੇ ਆਕਸੀਜਨ ਦੀ ਆਇਨਾਈਜੇਸ਼ਨ ਐਂਥੈਲਪੀ ਘੱਟ ਹੁੰਦੀ ਹੈ।
कारण नाइट्रोजन दी एक्स्ट्रा स्टेबल कॉन्फ़िगरेशन हुंदी है एज यू नो कि 2s2 2p3 हाफ फिल्ड कॉन्फ़िगरेशन है, ये नाइट्रोजन दा S है और ये हुंदे P है। एज यू कैन सी अद्धे अद्धे सिंगली फिल्ड है, अद्धे भरे हुए ऑर्बिटल्स हैं, पर ऑक्सीजन दे केस विच की हुंदा है कि इत्थे पेयरिंग स्टार्ट हो जाती है। एज अ रिजल्ट ऑक्सीजन दे विचों साइज छोटा होने दे बावजूद इलेक्ट्रॉन नू रिमूव करना आसान हुंदा है, नाइट्रोजन दे विचों इलेक्ट्रॉन रिमूव करना मुश्किल हुंदा है। लास्ट दे विच आपां ये पढ़ना है कि आयनाइजेशन एंथैल्पी डाउन द ग्रुप किवें वेरी करदी है। आयनाइजेशन एंथैल्पी इन जनरल जिवें जिवें असी ग्रुप च हेठां वाल जाने हैं, आयनाइजेशन एंथैल्पी दी वैल्यू डिक्रीज हुंदी है, घटदी है। कारण की है? इनका पहला कारण है कि जिद्दां जिद्दां आपां ग्रुप दे विच हेठां वाल मूव करते हैं ना, उस तरीके दे नाल साइज जिहड़ा है एटम दा वो वड्डा होई जा रहा है। जदों एटम दा साइज बड़ा हो रहा है ਤਾਂ इफेक्टिव न्यूक्लियर चार्ज की हुंदा है? न्यूक्लियर चार्ज माइनस स्क्रीनिंग कांस्टेंट। जिद्दां जिद्दां आपां थल्ले वाल नूं जाने हैं, डाउन द ग्रुप जाने हैं, तां इफेक्टिव न्यूक्लियर चार्ज दी वैल्यू घटदी है। क्यों? क्योंकि स्क्रीनिंग जिहड़ी है वो वध जांदी है। जदों इफेक्टिव न्यूक्लियर चार्ज घट गया तां न्यूक्लियस दी बाहर तक ग्रिप घट गई, इलेक्ट्रॉन नू बाहरों दी रिमूव करना आसान हो जाता है। एज अ रिजल्ट जिन्ना इलेक्ट्रॉन रिमूव करना आसान हो गया, उन्ना ही ज्यादा आयनाइजेशन पोटेंशियल दी वैल्यू घट जाएगी। सो आपां हमेशा ये ध्यान च रखना है, जिन्ना ज्यादा एटॉमिक साइज होएगा आयनाइजेशन पोटेंशियल उन्ना ही घट होएगा। लेट अस ट्राई सॉल्विंग वन क्वेश्चन। ਤੁਹਾਡੇ सामने ਲੀਥੀਅਮ, पोटैशियम, कैल्शियम, सल्फर ते क्रिप्टन इन्हां दे विचों दी पूछा गया है कि इन्हां एटम दे विचों दी किंदे विचों सानू आयनाइजेशन एंथैल्पी वैल्यू लोएस्ट ते किंदे विच सानू आयनाइजेशन एंथैल्पी हाईएस्ट मिलेगी। हुण थोड़ा जिहा जे तुसीं दिमाग लगाओ तां एक चीज आपां कीती है लेक्चर दे विच कि नोबल गैसेस दी इलेक्ट्रॉनिक कॉन्फ़िगरेशन फुली फिल्ड होन करके इंदे विचों इलेक्ट्रॉन नू बाहर कढना मुश्किल हो जाता है। आयनाइजेशन एंथैल्पी वैल्यू बहुत ज्यादा होएगी। सो हाईएस्ट आयनाइजेशन एंथैल्पी तां क्रिप्टन दी होएगी। इन्हां दे विचों लोएस्ट किंदी होएगी? लोएस्ट दे लई जे आपां ध्यान नाल देखिए तां लीथियम तो डाउन द ग्रुप जांदे होए सोडियम दे बाद पोटैशियम आंदा है। सो इन्हां दोनां दे विचों पोटैशियम दा साइज ज्यादा होण करके इंदी आयनाइजेशन एंथैल्पी घट होएगी। सो वी कैन से कि पोटैशियम दी आयनाइजेशन एंथैल्पी सब तो घट होएगी और क्रिप्टन दी आयनाइजेशन एंथैल्पी सब तो वध होएगी। आई होप बेटा कि आयनाइजेशन एंथैल्पी दा कंसेप्ट तुहानू अच्छी तरह समझ लग गया होएगा। नोट्स तुसी डिस्क्रिप्शन बॉक्स चों ले सकदे हो। थैंक यू वेरी मच।